ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਐਨਡੀਏ ਦੀ ਸ਼ਲਾਘਾ ਕੀਤੀ ਗਈ ਹੈ ਕਿਉਂਕਿ ਜੀਐਸਟੀ ਵਿੱਚੋਂ ਜਿਹੜਾ ਕੇਂਦਰ ਦਾ ਹਿੱਸਾ ਹੈ ਉਹ ਗੁਰਦੁਆਰਿਆਂ ਨੂੰ ਰਿਫੰਡ ਕੀਤਾ ਗਿਆ ਹੈ। ਇਸ ਕੰਮ ਲਈ ਉਹਨਾਂ ਨੇ ਐਨਡੀਏ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਕਿਹਾ ਹੈ ਕਿ ਉਹ ਵੀ ਜੀਐਸਟੀ ਚੋਂ ਸੂਬੇ ਦਾ ਹਿੱਸਾ ਸ਼੍ਰੋਮਣੀ ਕਮੇਟੀ ਨੂੰ ਰਿਫੰਡ ਕਰਨ। ਉਹਨਾਂ ਨੇ ਇਹ ਵੀ ਕਿਹਾ ਕਿ 70 ਸਾਲ ਤੋਂ ਜੋ ਤੋਂ ਆਜ਼ਾਦੀ ਮਿਲੀ ਹੈ ਉਹ ਤੋਂ ਲੰਗਰ ਦੀ ਰਸਦ ਤੇ ਕੇਂਦਰੀ ਸੇਲਸ ਟੈਕਸ ਲਿਆ ਜਾਂਦਾ ਸੀ, पर पिछली अकाली भाजपा सरकार ने सूबे वालों ले जाते टैक्स से तख्त साहिबान नूं जिहड़ी छोड़ दी सी ते एनडीए सरकार ने सेवा भोज योजना राही लंगर की रसद तो टैक्स पूरी तरह खत्म किया है। पर कांग्रेस सरकार ने सिर्फ श्री दरबार साहब वास्ते एसजीपीसी नूं रिफंड करने का वादा किया सी, पर वह भी पूरा नहीं होया। उन्होंने कहा कि कांग्रेस ने वह राशि भी अजे तक रिफंड नहीं की है। उन्होंने कहा कि केंद्र की तर्ज उत्ते पंजाब के सारे गुरुद्वारियां ते लाया जाता स्टेट जीएसटी कांग्रेस नूं वापस करना चाहिए। सिखां दी जिहड़ी मंग आज़ादी के 70 सालों च पूरी नहीं हुई, 10 साल तक सिख प्रधानमंत्री की सरकार च भी पूरी नहीं हुई, वो मंग मोदी सरकार ने अपने पिछले कार्यकाल च पूरी की ते हुण दूजी बार सत्ता च आउण तो बाद उस मंग नूं अमली जामा भी पहना दिता है। जी हाँ, असीं गल कर रहे हैं जीएसटी मुक्त लंगर की, जिस दे लई अकाली दल वालों कीतियां गईयां कोशिशां नूं बूर पै गया है। 70 साल च पहली बार मोदी सरकार ने कीता ਇਹ ਉਪਰਾਲਾ। ਲੰਗਰ ਨੂੰ जीएसटी मुक्त ਕਰਨ ਦਾ ਸਿੱਖਾਂ ਨਾਲ ਕੀਤਾ ਨਿਭਾਇਆ ਵਾਅਦਾ। ਜਿਹਾਂ ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ 'ਚ ਵਰਤਾਏ ਜਾਂਦੇ ਲੰਗਰ ਦੀ ਸਮੱਗਰੀ ਉੱਤੇ ਲੱਗਣ ਵਾਲੇ जीएसटी ਨੂੰ ਮਾਫ ਕਰਨ ਦਾ ਆਪਣਾ ਵਾਅਦਾ ਨਿਭਾ ਦਿੱਤਾ ਗਿਆ। ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਧਿਆਨ ਰੱਖਦਿਆਂ ਹੋਇਆਂ ਬੀਤੇ ਸਾਲ ਜੂਨ ਦੇ ਵਿੱਚ ਕੇਂਦਰ ਵੱਲੋਂ ਐਲਾਨ ਕੀਤਾ ਗਿਆ ਸੀ, ਜਿਸ ਨੂੰ ਹੁਣ ਅਮਲੀ ਜਾਮਾ ਪਹਿਨਾ ਦਿੱਤਾ ਗਿਆ। ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਲੁਧਿਆਣਾ ਦੀ जीएसटी ਅਥਾਰਟੀ ਨੂੰ 57 ਲੱਖ ਰੁਪਏ जीएसटी ਦੀ ਰਾਸ਼ੀ ਰਿਫੰਡ ਕਰ ਦਿੱਤੀ ਗਈ ਹੈ, ਜੋ ਕਿ ਅੱਗੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਏਗੀ। ਇੰਨਾ ਹੀ ਨਹੀਂ, ਅੱਗੇ ਤੋਂ ਇਹ ਰਿਫੰਡ ਹਰ 3 ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜਾਰੀ ਕਰ ਦਿੱਤਾ ਜਾਏਗਾ। ਪਰ ਖਾਸ ਗੱਲ ਇਹ ਹੈ ਕਿ 70 ਸਾਲ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਲੰਗਰ ਉੱਤੇ ਲੱਗਣ ਵਾਲੇ ਟੈਕਸ ਨੂੰ ਕੇਂਦਰ ਸਰਕਾਰ ਵੱਲੋਂ ਮੁਆਫ ਕੀਤਾ ਗਿਆ ਹੋਵੇ। ਦੱਸ ਦਈਏ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲਗਾਏ ਜਾਂਦੇ ਟੈਕਸ ਪਹਿਲੀ ਵਾਰ ਰਿਫੰਡ ਹੋਏ ਨੇ, ਜਦੋਂ ਕਿ ਕੇਂਦਰ 'ਚ ਵੱਧ ਸਮਾਂ ਰਹਿਣ ਵਾਲੀ ਕਾਂਗਰਸੀ ਸਰਕਾਰ ਅਤੇ ਉਸੇ ਸਰਕਾਰ ਦੇ ਵਿੱਚ ਮੰਤਰੀ ਤੱਕ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਹੁੰਦਿਆਂ ਹੋਇਆਂ ਵੀ ਸਿੱਖਾਂ ਦੀ ਇਹ ਮੰਗ ਪੂਰੀ ਨਾ ਹੋ ਸਕੀ ਸੀ। ਹੁਣ ਅਕਾਲੀ ਦਲ ਦੇ ਯਤਨਾਂ ਤੇ ਸੰਬੰਧਿਤ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਗਈਆਂ ਬੈਠਕਾਂ ਰੰਗ ਲਿਆਈਆਂ ਨੇ। ਅਕਾਲੀ ਦਲ ਵੱਲੋਂ ਪੀਐਮ ਮੋਦੀ ਤੋਂ ਲੈ ਕੇ ਉਸ ਸਮੇਂ ਦੇ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਤੇ ਨਾਲ ਹੀ ਪੰਜਾਬ ਤੋਂ ਬਾਹਰ ਸਥਿਤ ਤਖਤ ਸਾਹਿਬਾਨਾਂ ਦੇ ਲੰਗਰ ਦੀ ਸਮੱਗਰੀ 'ਚ ਸੂਬੇ ਦੇ ਹਿੱਸੇ ਵਾਲੇ जीएसटी 'ਚ ਛੋਟ ਲਈ ਮੁੱਖ ਮੰਤਰੀਆਂ ਤੱਕ ਵੀ ਅਕਾਲੀ ਦਲ ਨੇ ਪਹੁੰਚ ਕੀਤੀ। ਜ਼ਾਹਰ ਹੈ ਯਤਨਾਂ ਨੂੰ ਬੂਰ ਪੈਣ ਨਾਲ ਪੂਰੇ ਸਿੱਖ ਜਗਤ ਵਿੱਚ ਖੁਸ਼ੀ ਹੈ ਅਤੇ ਇਸ ਦੇ ਲਈ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। जीएसटी ਲਾਗੂ ਹੋਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਸਿਰਫ ਹਰਮੰਦਰ ਸਾਹਿਬ ਵੱਲੋਂ ਲੰਗਰ ਸਮੱਗਰੀ ਉੱਤੇ 1 ਕਰੋੜ 53 ਲੱਖ ਰੁਪਏ जीएसटी ਸ਼੍ਰੋਮਣੀ ਕਮੇਟੀ ਵੱਲੋਂ ਅਦਾ ਕੀਤੀ ਗਈ ਸੀ, ਜਿਸ ਦੇ ਵਿੱਚੋਂ 57 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇ ਤੌਰ ਤੇ ਰਿਫੰਡ ਕਰ ਦਿੱਤੇ ਗਏ ਨੇ ਤੇ ਬਾਕੀ ਦੀ ਰਕਮ ਵੀ ਹਰ 3 ਮਹੀਨਿਆਂ ਦੇ ਵਿੱਚ ਰਿਫੰਡ ਕਰ ਦਿੱਤੀ ਜਾਏਗੀ। ਅਜੇ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਹੁਣ ਤੱਕ ਸਾਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ जीST ਸੀ ਉਹ ਕੁੱਲ 1 ਕਰੋੜ 53 ਲੱਖ ਦਾ ਸੀ। ਸੋ ਮੈਂ ਸਮਝਦਾ ਕਿ ਬਹੁਤ ਧੰਨਵਾਦੀ ਹਾਂ ਭਾਰਤ ਸਰਕਾਰ ਦਾ, ਜਿਨ੍ਹਾਂ ਨੇ ਆਪਣੀ ਸੇਵਾ ਭੋਜ ਯੋਜਨਾ ਤਹਿਤ ਔਰ ਸਾਡੀ ਜਿਹੜੀ ਪਹਿਲੀ ਕਿਸ਼ਤ ਸੀ ਉਹ 57,45,000 ਰੁਪਏ ਦੀ ਵਾਪਸ ਕੀਤੀ ਹੈ। जीएसटी ਲਾਗੂ ਹੋਣ ਤੋਂ ਪਹਿਲਾਂ ਤੱਕ ਲੰਗਰ ਦੀ ਸਮੱਗਰੀ ਨੂੰ ਕਦੇ ਵੀ ਟੈਕਸ ਮੁਕਤ ਨਹੀਂ ਕੀਤਾ ਗਿਆ ਸੀ। ਅਜੇ ਇਹਦੇ ਵਿੱਚ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਨੂੰ ਕਿੰਨੀ ਵੱਡੀ ਰਾਹਤ ਮਿਲੀ ਹੈ, ਇਸ ਉੱਤੇ ਟੈਕਸ ਮਾਹਰ ਕੀ ਕਹਿੰਦੇ ਨੇ, ਇਹ ਵੀ ਤੁਹਾਨੂੰ ਸੁਣਾਉਂਦੇ ਆ। ਜਿਹੜਾ ਬਿੱਲ ਐਸਜੀਪੀਸੀ ਨੇ ਰੇਸ ਕੀਤਾ ਹੈਗਾ ਉਹ ਤਾਂ ਡਿਟੇਲ ਸਰਕਾਰ ਕੋਲ ਹੋਣਗੀ ਕਿ ਉਹਦੇ 'ਚ ਕੀ ਚੀਜ਼ ਐਕਸੈਪਟ ਹੁੰਦੀ ਹੈ, ਕੀ ਚੀਜ਼ ਐਕਸੈਪਟ ਨਹੀਂ ਹੁੰਦੀਆਂ, ਕਿਹੜੀਆਂ ਆਈਟਮ ਉਹ ਮੰਨਦੇ ਨੇ ਕਿ ਹਾਂ ਉਹ ਰॉ ਮਟੀਰੀਅਲ ਹੈਗਾ, ਕਿਉਂਕਿ ਉਹਨਾਂ ਨੇ ਸਪੈਸੀਫਾਈ ਕੀਤਾ ਹੈ ਰॉ ਮਟੀਰੀਅਲ ਜਿਹੜਾ ਇਨਗਰੀਡੀਐਂਟ ਯੂਜ਼ ਹੁੰਦਾ ਲੰਗਰ ਲਈ ਅਸੀਂ ਉਹ ਚੀਜ਼ ਨੂੰ ਕਰਾਂਗੇ। ਹੋ ਸਕਦਾ ਉਹਦੇ 'ਚ ਹੁਣ ਸਾਰਾ ਐਕਸੈਪਟ ਹੋਏ ਜਾਂ ਪਾਰਸ਼ਲੀ ਐਕਸੈਪਟ ਹੋਏ ਔਰ 1-2 ਕੁਆਟਰ 'ਚ ਜਦੋਂ ਰਿਫੰਡ ਆਉਣਾ ਸ਼ੁਰੂ ਹੋ ਜਾਏਗਾ ਇਹ ਕਲੈਰਿਟੀ ਵੀ ਆ ਜਾਏਗੀ। ਸਰਕਾਰ ਨੇ ਇੱਕ ਅੱਛੀ ਚੀਜ਼ ਇਹ ਕੀਤੀ ਸੀ, ਪਹਿਲਾਂ ਇਹ ਮੰਗ ਰੱਖੀ ਗਈ ਸੀ
ਕਿ ਲੰਗਰ ਵਾਲੀ ਇੰਸਟੀਟਿਊਸ਼ਨ ਦੇ ਉੱਤੇ IGST CGST ਐਂਡ ਸਟੇਟ ਦਾ ਜਿਹੜਾ ਹੁੰਦਾ ਹੈਗਾ ਉਹ ਲਗਾਇਆ ਹੀ ਨਾ ਜਾਏ। ਪਰ ਸਰਕਾਰ ਨੇ ਕਿਹਾ ਸੀ ਅਸੀਂ ਟੈਕਸਸ ਸਾਰੇ ਨਾਰਮਲ ਲਾਵਾਂਗੇ ਲੇਕਿਨ ਰਿਫੰਡ ਕਰ ਦੇਵਾਂਗੇ, ਉਹ ਜ਼ਿਆਦਾ ਕਲੀਨ ਪ੍ਰੋਸੈਸ ਹੈਗਾ। ਪੂਰੇ ਦੇਸ਼ ਦੇ ਵਿੱਚ GST ਲਾਗੂ ਹੋਣ ਤੋਂ ਬਾਅਦ ਧਾਰਮਿਕ ਅਸਥਾਨਾਂ ਤੇ ਵਰਤਾਏ ਜਾਂਦੇ ਲੰਗਰ ਨੂੰ GST ਮੁਕਤ ਕਰਨ ਦੀ ਮੰਗ ਉੱਠ ਰਹੀ ਸੀ, ਜਿਸ ਨੂੰ ਮੰਨਦਿਆਂ ਹੋਇਆ ਕੇਂਦਰ ਸਰਕਾਰ ਵੱਲੋਂ ਸੇਵਾ ਭੋਜ ਯੋਜਨਾ ਲਿਆਂਦੀ ਗਈ। ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਹਰ ਧਾਰਮਿਕ ਸਥਾਨ ਤੇ ਵਰਤਾਏ ਜਾਂਦੇ ਲੰਗਰ ਉੱਤੇ ਲੱਗਣ ਵਾਲਾ GST ਕੇਂਦਰ ਸਰਕਾਰ ਅਦਾ ਕਰੇਗੀ ਤੇ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਆਪਣਾ ਵਾਅਦਾ ਨਿਭਾ ਵੀ ਦਿੱਤਾ ਗਿਆ ਤੇ ਹੁਣ ਮੰਗ ਪੰਜਾਬ ਸਰਕਾਰ ਤੋਂ ਹੈ ਕਿ GST ਦੇ ਵਿੱਚ ਸੂਬਾ ਸਰਕਾਰ ਦੇ ਹਿੱਸੇ ਨੂੰ ਵੀ ਮੁਆਫ ਕੀਤਾ ਜਾਵੇ। ਬਿਊਰੋ ਰਿਪੋਰਟ PTC ਨਿਊਜ਼। ਪੰਜਾਬ 'ਚ ਝੋਨੇ ਦੀ ਲਵਾਈ ਦੇ ਸ਼ੁਰੂ ਹੋਣ ਦੇ ਨਾਲ ਹੀ ਸੂਬੇ ਦੇ ਕਿਸਾਨਾਂ ਦੀ ਖੱਜਲ ਖੁਆਰੀ ਸ਼ੁਰੂ ਹੋ ਗਈ ਹੈ। ਕਿਸਾਨਾਂ ਦੀ ਇਸ ਪਰੇਸ਼ਾਨੀ ਦੀ ਵਜ੍ਹਾ ਹੈ ਮਜ਼ਦੂਰਾਂ ਦੀ ਭਾਰੀ ਕਮੀ ਤੇ ਉਹਨਾਂ ਦੀ ਇੱਕ ਅਜੀਬ ਜਿਹੀ ਮੰਗ। ਇਹ ਮੰਗ ਹੈ ਮਜ਼ਦੂਰੀ ਦੇ ਨਾਲ ਨਸ਼ੇ ਦੀ। ਪੰਜਾਬ 'ਚ ਝੋਨੇ ਦੀ ਲਵਾਈ ਸ਼ੁਰੂ ਹੁੰਦਿਆਂ ਹੀ ਕਿਸਾਨ ਰੇਲਵੇ ਸਟੇਸ਼ਨਾਂ ਵੱਲ ਨੂੰ ਵਹੀਰਾਂ ਘੱਤ ਲੈਂਦੇ ਨੇ, ਜਿਸ ਦੀ ਵਜ੍ਹਾ ਹੈ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਭਾਰੀ ਘਾਟ। ਇਸ ਵਾਰ ਵੀ ਰੇਲਵੇ ਸਟੇਸ਼ਨਾਂ ਤੇ ਕਿਸਾਨ ਮਜ਼ਦੂਰਾਂ ਦੀ ਭਾਲ 'ਚ ਖੱਜਲ ਖੁਆਰ ਹੋ ਰਹੇ ਨੇ। ਕਈ ਦਿਨਾਂ ਤੋਂ ਮਜ਼ਦੂਰ ਨਾ ਮਿਲਣ ਤੋਂ ਪਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਕਈ ਧਨਾੜ ਕਿਸਾਨਾਂ ਨੇ ਮਜ਼ਦੂਰਾਂ ਨੂੰ ਨਸ਼ੇ ਦੀ ਆਦਤ ਪਾ ਦਿੱਤੀ ਹੈ ਅਤੇ ਜੋ ਉਹਨਾਂ ਨੂੰ ਨਸ਼ੇ ਦੇਣ ਦਾ ਵਾਅਦਾ ਕਰਦਾ ਹੈ ਮਜ਼ਦੂਰ ਉਸੇ ਨਾਲ ਚੱਲ ਪੈਂਦੇ ਨੇ, ਨਹੀਂ ਤਾਂ ਉਹ ਦੁੱਗਣੀ ਚੌਗਣੀ ਮਜ਼ਦੂਰੀ ਦੀ ਮੰਗ ਕਰਦੇ ਨੇ। ਇਸੇ ਕਰਕੇ ਬਹੁਤੇ ਮਜ਼ਦੂਰ ਉਹਨਾਂ ਪੁਰਾਣੀਆਂ ਥਾਵਾਂ ਤੇ ਹੀ ਜਾ ਰਹੇ ਨੇ ਤੇ ਜਿਸ ਕਰਕੇ ਮਜ਼ਦੂਰਾਂ ਦੀ ਭਾਰੀ ਘਾਟ ਹੋ ਗਈ ਹੈ। ਕੁਛ ਸਾਡੇ ਜ਼ਿਮੀਂਦਾਰ ਹੈ ਨਾ ਪ੍ਰਵਾਸੀ ਜਿਹੜੇ ਵਿਚਾਰੇ ਆਉਂਦੇ ਨੇ, ਇਹਨਾਂ ਨੂੰ ਗਲਤ ਆਦਤਾਂ ਪਾਤੀਆਂ ਜਿਵੇਂ ਕਿ ਸ਼ਰਾਬ ਜਾਂ ਕੋਈ ਹੋਰ ਨਸ਼ੇ, ਕਿਉਂ ਉਹ ਜਦੋਂ ਉਹ ਇਹਨਾਂ ਨੂੰ ਦਿੰਦੇ ਆ ਤਾਂ ਜਿਹੜੇ ਚੰਗੇ ਘਰ ਨੇਗੇ ਉਹ ਆਉਣ ਸਾਰ ਸਭ ਤੋਂ ਪਹਿਲਾਂ ਉਹਨਾਂ ਨੂੰ ਫੋਨ ਕਰਦੇ ਆ। ਜਿਵੇਂ ਹੁਣ ਸਾਨੂੰ 5 ਦਿਨ ਹੋ ਗਏ ਇੱਥੇ, ਸਾਡੀ ਗੱਲ ਨਹੀਂ ਸੁਣਦੇਗੇ। ਪਈਆਂ ਵਾਸਤੇ ਆਏ ਸੀ ਲੇਬਰ ਲੈਣ ਵਾਸਤੇ ਜੀ। 3-4 ਦਿਨ ਤੋਂ ਹੀ ਪਾਣੀ ਪਾ ਰੱਖਿਆ, ਲੇਬਰ ਮਿਲ ਨਹੀਂ ਰਹੀ, ਬਹੁਤ ਬੁਰਾ ਹਾਲ ਹੈ। 3-4 ਦਿਨ ਹੋ ਗਏ ਜੀ ਇੱਥੇ ਬੈਠੇ ਨੂੰ। ਇਹ ਕਹਿੰਦੇ ਨੇ ਅਸੀਂ ਤਾਂ ਪੱਕੇ ਜਾ ਰਹੇ ਹਾਂ ਵੀ ਨਹੀਂ ਅਸੀਂ ਜਾਣਾ, ਤਾਂ ਆਪਾਂ ਜਿੱਥੇ ਪਹਿਲਾਂ ਆਏ ਹਾਂ ਅਸੀਂ ਤਾਂ ਉੱਥੇ ਜਾਣਾ ਹੈ, ਵੀ ਕਾਫੀ ਸਾਲ ਤੋਂ ਜਾ ਰਹੇ ਹਾਂ। ਕਿਸਾਨ ਪਰੇਸ਼ਾਨ ਨੇ ਕਿ ਜੇ ਮਜ਼ਦੂਰ ਸਮੇਂ ਸਿਰ ਨਾ ਮਿਲੇ ਤਾਂ ਸਮਾਂ ਲੰਘ ਜਾਏਗਾ ਅਤੇ ਉਹਨਾਂ ਦੀ ਲਵਾਈ ਪਛੜ ਜਾਵੇਗੀ। ਪਰੇਸ਼ਾਨ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਖੇਤੀ ਵੰਨ ਸੁਵੰਨਤਾ ਅਪਣਾਉਣ ਦੀ ਦੁਹਾਈ ਤਾਂ ਦਿੰਦੀ ਹੈ, ਪਰ ਉਹਨਾਂ ਫਸਲਾਂ ਦਾ ਮੰਡੀਕਰਨ ਨਾ ਹੋਣ ਕਰਕੇ ਮੰਡੀ 'ਚ ਮੁੱਲ ਨਹੀਂ ਮਿਲਦਾ ਅਤੇ ਨਾ ਹੀ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਹੀ ਲਾਗੂ ਕਰਦੀ ਹੈ, ਜਿਸ ਕਰਕੇ ਹੁਣ ਖੇਤੀ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਕੋਈ ਫਸਲਾਂ ਦਾ ਬਦਲਾਅ ਨਹੀਂ ਜੀ ਸਾਡੇ ਕੋਲੇ। ਜੇ ਕੋਈ ਬਦਲਾਅ ਕਰਦੇ ਆ ਤਾਂ ਸਾਨੂੰ ਕੋਈ ਭਾਅ ਨਹੀਂ ਦਿੰਦੇ, ਕੋਈ ਚੰਗੇ ਬੀਜ ਨਹੀਂ ਦਿੰਦੇ ਸਬਸਿਡੀ ਤੇ। ਬਾਕੀ ਇਹ ਸਵਾਮੀਨਾਥਨ ਦੀ ਰਿਪੋਰਟ ਕਹਿੰਦੀ ਸੀ ਬਹੁਤ ਚਿਰ ਤੋਂ ਉਡੀਕੇ ਜਾਂਦੇ ਆ, ਕਿਸਾਨ ਯੂਨੀਅਨਾਂ ਬਹੁਤ ਪਿੱਟ ਰਹੀਆਂ ਨੇ। ਸਾਨੂੰ ਤਾਂ ਨਹੀਂ ਉਮੀਦ ਵੀ ਇਹ ਸਵਾਮੀਨਾਥਨ ਦੀ ਰਿਪੋਰਟ ਕਰਨਗੇ ਲਾਗੂ, ਕੋਈ ਉਮੀਦ ਨਹੀਂ ਨਾ ਸਾਨੂੰ ਪੰਜਾਬ ਸਰਕਾਰ ਤੋਂ ਹੈ। जी फुल ऑफर दे दी थी उसने भी चलो ये दूसरे थाम में 250 रेट चलता है, हम 3000 दे देंगे, 100 रुपया फालतू दे देंगे, 200 फालतू दे देंगे, ताम नहीं आ रहा भैया। पंजाबी काम करनों भी हट गई, कुछ लेबर है जो झोना है ये बिल्कुल रद्दी खेती है, सबसे बढ़िया खेती नहीं है। लेबर से बिना ये काम चलने वाला है नहीं। ਉਧਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਪ੍ਰਦੇਸ਼ 'ਚ ਪੈਸੇ ਕਮਾਉਣ ਲਈ ਆਉਂਦੇ ਨੇ ਅਤੇ ਜੋ ਉਹਨਾਂ ਨੂੰ ਖਾਣ ਪੀਣ ਅਤੇ ਰਿਹਾਇਸ਼ ਦੇ ਨਾਲ ਚੰਗੀ ਮਜ਼ਦੂਰੀ ਦੇਵੇਗਾ ਉਹ ਉਸ ਕਿਸਾਨ ਦਾ ਹੀ ਕੰਮ ਕਰਨਗੇ। ਪਰ ਜ਼ਿਆਦਾਤਰ ਮਜ਼ਦੂਰ ਆਪਣੀਆਂ ਪੁਰਾਣੀਆਂ ਥਾਵਾਂ ਤੇ ਹੀ ਜਾ ਰਹੇ ਨੇ ਜਿੱਥੇ ਉਹ ਪਿਛਲੇ ਸਾਲਾਂ 'ਚ ਕੰਮ ਕਰਕੇ ਗਏ ਸਨ। बरनाला जा रहे हैं साहब। क्या रेट ले रहे हो किले का? पिछले साल तो साहब 3200 था, इस साल देखो क्या दे रहे हैं। आज 6-7 साल से बराबर जा रहे हैं उनके पास। क्या कुछ देते हैं आपको? वो जो सब कुछ हमें राशन पानी वगैरह सब कुछ देते हैं और मदद भी करते हैं, कोई दिक्कत नहीं देते हैं। ਸੋ ਕੁੱਲ ਮਿਲਾ ਕੇ ਇਹਨਾਂ ਹਾਲਾਤ ਦੇ ਮੱਦੇਨਜ਼ਰ ਕਿਸਾਨਾਂ ਦੇ ਪੱਲੇ ਖੱਜਲ ਖੁਆਰੀ ਹੀ ਪੈ ਰਹੀ ਹੈ, ਕਿਉਂਕਿ ਮਹਿੰਗੇ ਬੀਜਾਂ ਤੇ ਰੇਹਾਂ ਸਪਰੇਆਂ ਨੇ ਤਾਂ ਪਹਿਲਾਂ ਹੀ ਕਿਸਾਨਾਂ ਤੇ ਵਾਧੂ ਦਾ ਮਾਲੀ ਬੋਝ ਪਾਇਆ ਹੋਇਆ ਹੈ ਤੇ ਹੁਣ ਮਹਿੰਗੀ ਮਜ਼ਦੂਰੀ ਕਿਸਾਨਾਂ ਦਾ ਲੱਕ ਤੋੜ ਰਹੀ ਹੈ, ਜਿਸ ਕਰਕੇ ਪੰਜਾਬ ਦੀ ਕਿਸਾਨੀ ਬਰਬਾਦੀ ਵੱਲ ਵਧ ਰਹੀ ਹੈ। ਪਟਿਆਲਾ ਤੋਂ ਗਗਨਦੀਪ ਅਹੂਜਾ ਦੇ ਨਾਲ ਨਵਦੀਪ ਆਲੂਵਾਲੀਆ, PTC ਨਿਊਜ਼, ਮਾਨਸਾ। ਫਤਿਹਵੀਰ ਦੀ ਮੌਤ ਤੋਂ ਬਾਅਦ ਭਾਵੇਂ ਕਿ ਪੰਜਾਬ ਸਰਕਾਰ ਨੇ ਬੋਰਵੈਲਾਂ ਨੂੰ ਢੱਕਣ ਜਾਂ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਨੇ, ਬਾਵਜੂਦ ਇਸ ਦੇ ਅਜੇ ਵੀ ਕਈ ਥਾਵਾਂ ਤੇ ਖੁੱਲ੍ਹੇ ਬੋਰਵੈਲ, ਖੂਹ ਤੇ ਮੈਨਹੋਲ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ। ਅਜਿਹੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਫਿਰੋਜ਼ਪੁਰ ਤੋਂ, ਜਿੱਥੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਖੁੱਲੇ ਬੋਰਵੈਲ, ਖੂਹ ਤੇ ਮੈਨਹੋਲ ਦੀਆਂ ਇਹ 3 ਤਸਵੀਰਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਫਿਰੋਜ਼ਪੁਰ ਤੋਂ। ਸਾਬਤ ਇਹ ਹੁੰਦਾ ਹੈ ਕਿ ਫਤਿਹਵੀਰ ਦੀ ਮੌਤ ਤੋਂ ਕਿਸੇ ਨੇ ਕੋਈ ਸਬਕ ਨਹੀਂ ਲਿਆ। ਇਹ ਖੂਹ ਪਿੰਡ ਬੁੱਕਣ ਥਾਂ ਦੇ ਇੱਕ ਸਕੂਲ ਦੇ ਮੈਦਾਨ 'ਚ ਖੁੱਲਾ ਪਿਆ ਹੈ, ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ। ਲੱਗਦਾ ਇਦਾਂ ਹੈ ਕਿ ਪ੍ਰਬੰਧਕ ਕਿਸੇ ਹਾਦਸੇ ਦਾ ਹੀ ਇੰਤਜ਼ਾਰ ਕਰ ਰਹੇ ਨੇ। ਦੂਜੀ ਤਸਵੀਰ ਵੀ ਪਿੰਡ 'ਚ ਖੁੱਲੇ ਪਏ ਬੋਰਵੈਲ ਦੀ ਹੈ। ਇਹਨੂੰ ਢੱਕਣ ਵੇਲੇ ਉਲਟਾ ਲੋਕਾਂ ਨੇ ਇਤਰਾਜ਼ ਜਤਾਇਆ। ਇੰਨਾ ਹੀ ਨਹੀਂ, ਪਿੰਡ 'ਚ ਪੈਂਦੇ ਪੁਲ ਦੇ ਐਨ ਵਿਚਾਲੇ 10 ਇੰਚ ਦਾ ਇਹ ਟੋਆ ਕਿਸੇ ਹਾਦਸੇ ਨੂੰ ਸੱਦਾ ਦਿੰਦਾ ਵਿਖਾਈ ਦੇ ਰਿਹਾ, ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਪੰਜਾਬ ਦੇ ਵਿੱਚ ਬਹੁਤ ਜ਼ਿਆਦੀਆਂ ਖੂਹੀਆਂ, ਪੁਰਾਣੇ ਬੋਰ ਪਏ ਨੇ। ਅੱਜ ਇਸ ਤਰ੍ਹਾਂ ਸਕੂਲ ਦੇ ਵਿੱਚ ਖੂਹੀ ਹੈ, ਕਿੱਡੇ ਹਾਦਸੇ ਨੂੰ ਆਵਾਜ਼ਾਂ ਮਾਰ ਰਹੀ ਹੈ। ਮਾਸੂਮ ਬੱਚੇ ਇੱਥੇ ਖੇਡਦੇ ਨੇ ਤੇ ਕਦੀ ਵੀ ਹਾਦਸਾ ਵਾਪਰ ਸਕਦਾ। ਸਰਕਾਰ ਨੂੰ ਚਾਹੀਦਾ ਕਿ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ, ਇਹਦਾ ਪ੍ਰਬੰਧ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ 'ਚ ਹਾਦਸੇ ਨੂੰ ਰੋਕਿਆ ਜਾ ਸਕੇ। ਸਕੂਲ ਦੇ ਵਿੱਚ ਖੂਹੀ ਹੈ, ਖੂਹੀ ਦੇ ਵਿੱਚ ਵੱਡਾ ਬੋਰ ਹੈ ਜੋ ਬਿਲਕੁਲ ਓਪਨ ਪਈ ਹੈ। ਹਾਦਸਾ ਕਿਸੇ ਟਾਈਮ ਵੀ ਵਾਪਰ ਸਕਦਾ। ਸਾਡੀ ਬੇਨਤੀ ਹੈ ਪ੍ਰਸ਼ਾਸਨ ਦੇ ਅੱਗੇ ਵੀ ਜਲਦ ਤੋਂ ਜਲਦ ਇਹਦੇ ਉੱਤੇ ਗੌਰ ਕੀਤਾ ਜਾਏ। ਜੋ ਇਹ ਖੂਹੀ ਹੈ, ਖੂਹੀ ਦੇ ਵਿੱਚ ਵੱਡਾ ਬੋਰ ਹੈ, ਉਹਨੂੰ ਢੱਕ ਕੇ ਰੱਖਿਆ ਜਾਵੇ। ਮਾਮਲੇ ਸੰਬੰਧੀ ਜ਼ਿਲ੍ਹੇ ਦੇ ਵਧੀਕ ਕਮਿਸ਼ਨਰ ਨੇ ਸਪਸ਼ਟ ਕੀਤਾ ਹੈ ਕਿ ਉਹ ਛੇਤੀ ਸਕੂਲ ਦੇ ਖੂਹ ਨੂੰ ਫੌਰਨ ਬੰਦ ਕਰਾਉਣਗੇ। ਨਾਲ ਹੀ ਜਿਨ੍ਹਾਂ ਥਾਵਾਂ ਤੇ ਬੋਰਵੈਲ ਜਾਂ ਕੋਈ ਹੋਰ ਖੁੱਲੇ ਟੋਏ ਨੇ ਉਹਨਾਂ ਦਾ ਢੁਕਵਾਂ ਪ੍ਰਬੰਧ ਹੋਏਗਾ। ਹਰੇਕ ਕੋਈ ਵੀ ਹੋਲਡਰ ਜਿਹੜਾ ਹੈ, ਕੋਈ ਵੀ ਕਿਸਾਨ ਹੈ, ਚਾਹੇ ਉਹਦਾ ਖੇਤ 'ਚ ਹੈ ਚਾਹੇ ਘਰ 'ਚ ਹੈ, ਕੋਈ ਵੀ ਬੋਰਵੈਲ ਜਿਹੜਾ ਹੈਗਾ ਉਹ ਫਰਦਰ ਜਿਹੜਾ ਹੈ ਉਹਨੂੰ ਨੰਗਾ ਨਾ ਰੱਖਿਆ ਜਾਵੇ। ਜੇ ਉਹਦੀ ਜ਼ਰੂਰਤ ਨਹੀਂ ਹੈਗੀ ਤਾਂ ਉਹਨੂੰ ਢੱਕ ਕੇ ਬੰਦ ਕਰ ਦਿੱਤਾ ਜਾਵੇ। ਇਸ ਸੰਬੰਧ ਵਿੱਚ ਜਿਹੜਾ ਹੈ ਉਹ ਅਸੀਂ DDPO ਨੂੰ ਪੰਚਾਇਤਾਂ ਰਾਹੀਂ ਔਰ ਤਹਿਸੀਲਦਾਰਾਂ ਨੂੰ ਪਟਵਾਰੀਆਂ ਰਾਹੀਂ ਥੱਲੜੇ ਲੈਵਲ ਤੱਕ ਇਹਦੀ ਪਾਲਣਾ ਕਰਨ ਦੇ ਜਿਹੜੇ ਆ ਉਹਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਖਤ ਹਦਾਇਤਾਂ ਤੇ ਪ੍ਰਸ਼ਾਸਨ ਵੱਲੋਂ ਬੋਰਵੈਲਾਂ ਨੂੰ ਬੰਦ ਕਰਨ ਦੀ ਕਵਾਇਦ ਤੇ ਚੱਲ ਰਹੀ ਹੈ। ਪਰ ਲੋੜ ਇਸ ਗੱਲ ਦੀ ਹੈ ਕਿ ਅਜਿਹੇ ਖੂਹ, ਮੈਨਹੋਲ ਤੇ ਹੋਰ ਖੱਡੇ ਟੋਇਆਂ ਦੀ ਪਛਾਣ ਕਰਕੇ ਉਹਨਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਨਿੱਤ ਕਿਸੇ ਹਾਦਸੇ ਦਾ ਕਾਰਨ ਬਣਦੇ ਨੇ। ਸਰਬਜੀਤ ਸਿੰਘ, PTC ਨਿਊਜ਼, ਫਿਰੋਜ਼ਪੁਰ। ਦਰਸ਼ਕਾਂ ਲਈ ਖਾਸ ਸੂਚਨਾ, PTC ਨੈਟਵਰਕ ਦੇ ਸਾਰੇ 7 ਚੈਨਲ, ਐਕਸਕਲੂਸਿਵ ਫਿਲਮਾਂ ਤੇ ਗੀਤ ਵੇਖਣ ਲਈ ਡਾਊਨਲੋਡ ਕਰੋ PTC Play ਐਪ। ਵੇਖਦੇ ਰਹੋ। ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।